आओ हुण बड़े प्यार सत्कार नाल सत्कारयोग ਗਿਆਨੀ ਜਗਦੇਵ ਸਿੰਘ ਜੀ ਉਹਨਾਂ ਪਾਸੋਂ ਵਿਚਾਰਾਂ ਸਰਵਣ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ना तुम डोलो ना हम गिरते, रख लीनी आस चरण ले हृदय बसावो। तो परम गुरु नानक गुण गावो। जिस मिलिए मन होए आनंद, सो सतगुर कही होई बैठे गुरु सवाना अंदर जुड़ बैठ। भाई साहिब भाई हरप्रीत सिंह जी आगरा वाले, तिन्हां दे जथे पासों अलाही बाणी दा कीर्तन सरवण कीता है। से बख्शिश रहमत करन। जिथे सरीरक तौर ते जुड़ बैठे हाँ, उत्थे साडी मन दी भी हाजरी लगे, ताकि गुरु नानक साहिब जी ने जगत दे अंदर आन के की बख्शिश रहमत कीती, ओ साडी सुरत दा हिस्सा बन सके। इस्लाम दे आलम फाजल विद्वान मुहम्मद इकबाल जिस वक्त गुरु नानक साहिब संबंधी बोल सांझे करते ने, ते उन्हें क्या फिर उठी आकर सदा तौहीद की पंजाब से, हिंद को एक मर्दे कामल ने जगाया ख्वाब से। उन्होंने शब्द जेड़ा हिंद वरत्या, पर जे सतगुरु दे इतिहास नूं पढ़ीए ते गल इस तों भी अगे चली जाती है, क्योंकि गुरु नानक साहिब कल्ले हिंद नूं जगाउण वास्ते नहीं आए। सतगुरु जी कदी तिब्बत की धरती, कदी ब्रह्मा की धरती, श्रीलंका की धरती, सारियां अरब कंट्रियां दे अंदर सतगुरु विचरदे ने। रूस की धरती ते जांदे ने। इत्थों तक इतिहास ने थाईलैंड की धरती ते जाण दा भी गुरु नानक साहिब जी का जिक्र किया है कि जिथे भी जगत के अंदर साहिब गए, गंग बनारस हिंदुआ, मुसलमाना मक्का काबा, घर घर बाबा गाविए, वजन ताल मृदंगर बाबा। गुरु नानक साहिब की गल घर घर दे अंदर हुई। उन्हां दा जस रहिंदी दुनिया तक गाया जाएगा, क्योंकि उन्होंने संसार दे अंदर आके 10 जामियां दे अंदर विचर के इस जगत दे अंदर बड़ी वड्डी क्रांति लै आंदे। बादशाह दा वकील
ਜਿਸ ਦਾ ਨਾਮ ਅਬਦੁਲ ਰਜ਼ਾਕ ਕਰਕੇ ਆਉਂਦਾ ਹੈ, ਉਹ 8ਵੀਂ ਸਦੀ ਅੰਦਰ ਇਸ ਭਾਰਤ ਦੀ ਧਰਤੀ ਤੇ ਆਉਂਦਾ ਹੈ ਤੇ ਕੀ ਕਹਿੰਦਾ ਹੈ ਕਿ ਮੈਂ ਬਹੁਤ ਥਾਵਾਂ ਤੇ ਜਗਤ ਦੇ ਅੰਦਰ ਵਿਚਰਿਆ, ਪਰ ਜਿਸ ਵਕਤ ਮੈਂ ਭਾਰਤ ਵਰਸ਼ ਦੇ ਅੰਦਰ ਗਿਆ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਇਸ ਦੇਸ਼ ਦੇ ਅੰਦਰ ਇੰਨੀ ਦੌਲਤ, ਜਿਸ ਵਕਤ ਮੈਂ ਧਾਰਮਿਕ ਮੰਦਰਾਂ ਨੂੰ ਦੇਖਦਾ, ਉਹਨਾਂ ਮੰਦਰਾਂ ਦੇ ਜਿਹੜੇ ਕਲਸ਼ ਸਨ, ਉਹਨਾਂ ਦੇ ਉੱਪਰ ਸੋਨਾ ਚੜਿਆ ਹੋਇਆ ਹੈ। ਜੇ ਇਹਨਾਂ ਅਮੀਰ ਲੋਕਾਂ ਦੇ ਘਰ ਨੇ ਤੇ ਉਹਨਾਂ ਦੇ ਘਰਾਂ ਦੇ ਉੱਪਰ ਸੋਨਾ ਜੜਿਆ ਹੋਇਆ ਹੈ। ਜੇ ਉਹਨਾਂ ਦੇ ਕਿਤੇ ਘਰਾਂ ਦੇ ਦਰਵਾਜ਼ੇ ਦੇਖਦੇ ਹਾਂ ਤੇ ਉਸ ਦੇ ਉੱਪਰ ਚੰਦਨ ਦੀ ਕੀਮਤੀ ਲੱਕੜ ਜਿਹੜੀ ਏ ਉਹ ਲੱਗੀ ਹੋਈ ਏ, ਲੱਕੜ ਦੇ ਚੰਦਨ ਦੇ ਦਰਵਾਜ਼ੇ ਹਨ। ਉਹ ਕਹਿੰਦਾ ਹੈ ਕਿ ਜਿਸ ਵਕਤ ਮੈਂ ਕਈਆਂ ਘਰਾਂ ਦੇ ਅੰਦਰ ਵਿਚਰਿਆ, ਇਸ ਭਾਰਤ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਜਿਹੜੇ ਘਰਾਂ ਦੇ ਬਰਤਨ ਸਨ, ਉਹ ਬਰਤਨ ਇਸ ਘਰਾਂ ਦੇ ਅੰਦਰ ਸੋਨੇ ਦੇ, ਜਿਹੜੇ ਘਰਾਂ ਅੰਦਰ ਪਸ਼ੂ ਬੱਝੇ ਹੋਏ ਨੇ, ਉਹਨਾਂ ਪਸ਼ੂਆਂ ਦੇ ਪਾਏ ਹੋਏ ਉਹ ਸੰਗਲ, ਉਹ ਜੰਜੀਰਾਂ, ਉਹ ਵੀ ਮੈਨੂੰ ਸੋਨੇ ਚਾਂਦੀ ਦੀਆਂ ਦਿਖਾਈ ਦਿੱਤੀਆਂ। ਜਿਸ ਵਕਤ ਮੈਂ ਕਿਤੇ ਬਾਦਸ਼ਾਹ ਜਾਂ ਰਾਜਿਆਂ ਦੇ ਸਿੰਘਾਸਣਾਂ ਨੂੰ ਦੇਖਿਆ ਤੇ ਜਿਨ੍ਹਾਂ ਦੇ ਉੱਪਰ ਬੈਠ ਕੇ ਉਹ ਹਕੂਮਤ ਕਰਦੇ ਸਨ, ਇਸ ਮਨੁੱਖਤਾ ਨਾਲ ਗੱਲਬਾਤ ਸਾਂਝੀ ਕਰਦੇ ਸਨ, ਉਹਨਾਂ ਦੇ ਸਿੰਘਾਸਣ ਵੀ ਸਾਰੇ ਸੋਨੇ ਦੇ ਦੇਖੇ। ਜੇ ਮੈਂ ਕਿਸੇ ਗਲੀ ਬਾਜ਼ਾਰ ਦੇ ਅੰਦਰ ਗਿਆ ਤੇ ਸਰਾਫਾਂ ਦੀਆਂ ਦੁਕਾਨਾਂ ਦੇ ਉੱਪਰ ਸੋਨੇ ਚਾਂਦੀ ਦੇ ਕੀਮਤੀ ਰਤਨਾਂ ਦੇ ਢੇਰ ਲੱਗੇ ਹੋਏ ਸਨ। ਮੈਂ ਦੇਖ ਕੇ ਹੈਰਾਨ ਰਹਿ ਗਿਆ ਇਸ ਭਾਰਤੀਆਂ ਦੀ ਸੁੰਦਰਤਾ ਨੂੰ। ਇਹ ਭਾਰਤੀ ਕੋਈ ਬੇਈਮਾਨੀ ਨਹੀਂ ਕਰਦੇ, ਕਿਸੇ ਦੇ ਨਾਲ ਧੱਕਾ ਜ਼ੋਰੀ ਨਹੀਂ ਕਰਦੇ। ਜਿੰਨੀਆਂ ਵੀ ਇਹਨਾਂ ਦੀਆਂ ਦੁਕਾਨਾਂ ਹਨ, ਕਿਸੇ ਵੀ ਦੁਕਾਨ ਤੇ ਮੈਨੂੰ ਕੋਈ ਲੋਕ ਲੱਗਾ ਹੋਇਆ ਨਜ਼ਰ ਨਹੀਂ ਆਇਆ। ਰਾਤ ਦਿਨ ਇਹ ਦੁਕਾਨਾਂ ਉਸ ਤਰ੍ਹਾਂ ਖੁੱਲੀਆਂ ਛੱਡ ਕੇ ਚਲੇ ਜਾਂਦੇ ਸਨ, ਪਰ ਇੱਥੇ ਬੇਈਮਾਨ ਵਾਲੀ ਕੋਈ ਵੀ ਗੱਲ ਨਹੀਂ ਸੀ। ਭਾਰਤ ਵਰਸ਼ ਜਿਹੜਾ ਸੀ ਮਾਨੋ ਸਵਰਗ ਲੱਗ ਰਿਹਾ ਸੀ। ਮੈਨੂੰ ਬੜੀ ਪ੍ਰਸੰਨਤਾ ਇਸ ਭਾਰਤ ਵਰਸ਼ ਦੀ ਧਰਤੀ ਤੇ ਆ ਕੇ ਹੋਈ। ਪਰ ਕੀ ਹੋਇਆ ਇੱਥੇ? ਇੰਨਾ ਜ਼ੁਲਮ ਕਿਉਂ ਹੋਇਆ? ਹਮਲਾਵਰ ਵਾਰ-ਵਾਰ ਕਿਉਂ ਇਸ ਧਰਤੀ ਤੇ ਚੜ ਕੇ ਆਉਂਦੇ ਰਹੇ? ਜਦੋਂ ਮੈਂ ਇਤਿਹਾਸ ਦੀ ਫਿਰ ਹੋਰ ਪੜਚੋਲ ਕੀਤੀ ਤੇ ਇਸ ਭਾਰਤ ਦਾ ਅਰਬ ਕੰਟਰੀਆਂ ਦੇ ਨਾਲ ਵਪਾਰ ਚੱਲਦਾ ਸੀ, ਵਪਾਰ ਦੀ ਸਾਂਝ ਸੀ। ਤੇ ਜਦੋਂ ਇਥੋਂ ਉਸ ਪਾਸੇ ਦੇ ਵਪਾਰੀ ਲੋਕ ਆਪਣਾ ਸਾਰਾ ਮਾਲ ਐਕਸਪੋਰਟ ਕਰਕੇ ਲੈ ਕੇ ਜਾਂਦੇ ਸਨ ਤੇ ਇਹ ਜਹਾਜ਼ ਸਮੁੰਦਰੀ, ਇਹ ਸਮਾਨ ਸਾਰਾ ਸਮੁੰਦਰੀ ਜਹਾਜ਼ਾਂ ਤੇ ਜਾਂਦਾ ਸੀ। ਜਿਸ ਵਕਤ ਉਹਨਾਂ ਈਰਾਨ ਦੇ, ਇਰਾਕ ਦੇ ਵਪਾਰੀਆਂ ਦਾ ਜਹਾਜ਼ ਸਿੰਧ ਦੇ ਬੰਦਰਗਾਹ ਤੋਂ ਨਿਕਲ ਰਿਹਾ ਹੈ ਤੇ ਸਿੰਧ ਦੇ ਕੁਝ ਐਸੇ ਠੱਗ ਲੋਕ, ਚੋਰ ਲੋਕ, ਉਹਨਾਂ ਨੇ ਜਾਂਦੇ ਹੋਏ ਜਹਾਜ਼ ਨੂੰ ਲੁੱਟ ਲਿਆ, ਖਾਲੀ ਕਰ ਦਿੱਤਾ। ਹੁਣ ਉਹਨਾਂ ਨੇ ਕੁਝ ਪੁਕਾਰ ਕੀਤੀ ਤੇ ਉਹਨਾਂ ਦੀ ਪੁਕਾਰ ਸੁਣੀ ਨਾ ਗਈ। ਜਦੋਂ ਉਹ ਇਰਾਕ ਦੀ ਧਰਤੀ ਤੇ ਵਾਪਸ ਆਪਣੇ ਬਸਰੇ ਸ਼ਹਿਰ ਦੇ ਅੰਦਰ ਪਹੁੰਚਦੇ ਨੇ ਤੇ ਉੱਥੋਂ ਦੇ ਗਵਰਨਰ ਹਾਜਜ਼ ਦੇ ਨਾਲ ਜਾ ਕੇ ਗੱਲਬਾਤ ਸਾਂਝੀ ਕੀਤੀ ਤੇ ਉੱਥੋਂ ਦਾ ਗਵਰਨਰ ਇਸ ਸਿੰਧ ਦੇ ਬਾਦਸ਼ਾਹ ਦੇ ਨਾਲ ਕੁਝ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਹੈ ਕਿ ਸਾਡੇ ਇਹਨਾਂ ਵਪਾਰੀਆਂ ਨੂੰ ਕੁਝ ਨਿਆਂ ਦਿੱਤਾ ਜਾਏ। ਜਦੋਂ ਇਸ ਸਿੰਧ ਦੇ ਬਾਦਸ਼ਾਹ ਦਾਹਿਰ ਨੇ ਕੋਈ ਗੱਲਬਾਤ ਬਹੁਤੀ ਨਾ ਸੁਣੀ ਤੇ ਉਸ ਵਕਤ ਇਹ ਗਵਰਨਰ ਹਾਜਜ਼ ਆਪਣੇ ਭਤੀਜੇ ਮੁਹੰਮਦ ਬਿਨ ਕਾਸਮ ਨੂੰ ਤਿਆਰ ਕਰਦਾ ਹੈ। ਇਹ ਸਨ 712 ਦਾ ਜ਼ਿਕਰ ਹੈ, ਜਿਸ ਵਕਤ ਉਸਨੇ ਉਸ ਦੇ ਨਾਲ ਫੌਜਾਂ ਤਿਆਰ ਕਰ ਦਿੱਤੀਆਂ। 6000 ਘੋੜ ਸਵਾਰ ਹੈ, 3000 ਊਠਾਂ ਦੇ ਉੱਪਰ ਸਿਪਾਹੀ ਚੜੇ ਹੋਏ ਨੇ। ਇਹ ਸਾਰਾ ਕਾਫਲਾ, ਇਹ ਲਾਮ ਲਸ਼ਕਰ ਆ ਕੇ ਸਿੰਧ ਦੀ ਧਰਤੀ ਤੇ ਬਰਬਾਦੀ ਕਰਨੀ ਸ਼ੁਰੂ ਕਰ ਦਿੰਦਾ ਹੈ। ਔਰ ਭਾਰਤ ਦੀ ਧਰਤੀ ਤੇ ਇਹ ਉਹਨਾਂ ਹਮਲਾਵਰਾਂ ਦਾ ਪਹਿਲਾ ਹਮਲਾ ਸੀ ਆ ਕੇ ਜਿਸ ਵਕਤ ਉਹਨਾਂ ਨੇ ਬਰਬਾਦੀ ਕਰ ਦਿੱਤੀ। ਇਸ ਦਾਹਿਰ ਦੇ ਉੱਪਰ ਵੀ ਜਿਹੜਾ ਸਿੰਧ ਦਾ ਬਾਦਸ਼ਾਹ ਹੈ, ਇਸ ਦੇ ਨਾਲ ਵੀ ਉਹਨਾਂ ਨੇ ਧੱਕਾ ਜੋਰੀ ਕੀਤੀ। ਇਸ ਦੀਆਂ 2 ਧੀਆਂ ਜਿਹੜੀਆਂ ਸਨ ਉਹ ਵੀ ਉਹਨਾਂ ਆਏ ਹੋਏ ਵਪਾਰੀਆਂ ਨੇ, ਇਰਾਕ ਦੀ ਚੜੀ ਹੋਈ ਉਸ ਫੌਜ ਨੇ, ਮੁਹੰਮਦ ਬਿਨ ਕਾਸਮ ਦੀ ਫੌਜ ਨੇ ਬੰਨ ਲਈਆਂ। ਬਹੁਤਾਤ ਬਹੁ ਬੇਟੀਆਂ ਇਸ ਸਿੰਧ ਦੇ ਇਲਾਕੇ ਵਿੱਚੋਂ ਬੰਨ ਲਈਆਂ ਤੇ ਹੋਰ ਮਾਲ ਅਸਬਾਬ, ਕੀਮਤੀ ਸਮਾਨ
ਇਹਨਾਂ ਨੇ ਇੱਥੋਂ ਲੁੱਟ ਲਿਆ ਤੇ ਲੁੱਟਦੇ ਕੋਏ ਵਾਪਸ ਚਲੇ ਜਾਂਦੇ ਨੇ। ਇਹ ਮੈਂ ਜ਼ਿਕਰ ਕਰ ਰਿਹਾ ਪਹਿਲਾ ਹਮਲਾ। ਸਮਾਂ ਪਾ ਕੇ ਫਿਰ ਮਹਿਮੂਦ ਗਜ਼ਨਵੀ ਇਸ ਭਾਰਤ ਦੀ ਧਰਤੀ ਤੇ ਚੜ੍ਹਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਸ ਵਕਤ ਭਾਰਤ ਵੱਲ ਜਾਂਦੇ ਆ ਸਾਡੇ ਸਾਹਮਣਾ ਕਰਨ ਵਾਲਾ ਕੋਈ ਨਹੀਂ। ਜਿੰਨਾ ਮਰਜ਼ੀ ਲੁੱਟ ਕੇ ਲੈ ਆਈਏ, ਠੱਗ ਕੇ ਲੈ ਆਈਏ, ਇਹਨਾਂ ਦੇ ਕੋਲ ਰਾਜਪੂਤਾਂ ਦੇ ਤਾਕਤ ਨਹੀਂ, ਕਿਉਂਕਿ ਸਾਰੇ ਵੱਖਰੇ ਵੱਖਰੇ ਹੋ ਕੇ ਫਿਰ ਰਹੇ ਨੇ। ਜਿੰਨੀ ਦੇਰ ਇਕੱਠੇ ਨਾ ਹੋਈਏ ਓਨੀ ਦੇਰ ਘਰਾਂ ਦੇ ਅੰਦਰ ਵੀ ਬਰਬਾਦੀ ਹੋ ਜਾਂਦੀ ਹੈ। ਜੇ ਕੋਈ ਪਰਿਵਾਰ ਇਕੱਠਾ ਚੱਲਦਾ ਹੈ, ਮਿਲ ਕੇ ਚੱਲਦਾ ਹੈ, ਤੇ ਕਦੀ ਵੀ ਘਰ ਦੀ ਗੱਲ ਜਿਹੜੀ ਹੈ ਉਹ ਬਾਹਰ ਨਹੀਂ ਜਾਇਆ ਕਰਦੀ। ਜਦੋਂ ਕੋਈ ਪਰਿਵਾਰ ਕੋਈ ਦੇਸ਼ ਇੱਕ ਹੋ ਕੇ ਨਹੀਂ ਚੱਲਦਾ ਤੇ ਫਿਰ ਇਸ ਤਰ੍ਹਾਂ ਦੇ ਹਮਲਾਵਰ ਵਾਰ-ਵਾਰ ਚੜ ਕੇ ਆਉਂਦੇ ਨੇ। ਉਸ ਤੋਂ ਬਾਅਦ ਮਹਿਮੂਦ ਗਜ਼ਨਵੀ ਚੜ ਕੇ ਆਉਂਦਾ ਹੈ ਤੇ ਮਹਿਮੂਦ ਗਜ਼ਨਵੀ ਕੋਈ ਇੱਕ ਵਾਰ ਨਹੀਂ ਆਉਂਦਾ, 17 ਵਾਰ ਇਸ ਭਾਰਤ ਦੀ ਧਰਤੀ ਤੇ ਚੜ ਕੇ ਆਉਂਦਾ ਹੈ। ਮੈਂ ਜ਼ਿਕਰ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਆਧਾਰ ਬਣਾ ਕੇ ਕਰ ਰਿਹਾ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕਿਵੇਂ ਪੁਕਾਰ ਸੁਣੀ ਜਾਂਦੀ ਏ, ਕਿਵੇਂ ਇਹਨਾਂ ਜ਼ਾਲਮਾਂ ਨੇ ਇੱਥੇ ਬਰਬਾਦੀ ਕੀਤੀ ਤੇ ਆਖਰ ਭਾਰਤ ਵਰਸ਼ ਤੇ ਲੋਕ ਕੂਕ ਉੱਠਣਗੇ, ਕੁਰਲਾ ਉੱਠਣਗੇ ਕਿ ਕੋਈ ਐਸਾ ਜਗਤ ਦੇ ਅੰਦਰ ਭੇਜ ਦੇ ਜਿਹੜਾ ਕੋਈ ਨਿਆਂ ਕਰ ਸਕੇ, ਜਿਹੜਾ ਕੋਈ ਇਹਨਾਂ ਜ਼ਾਲਮਾਂ ਦੇ ਸਾਹਮਣੇ ਅੜ ਸਕੇ। ਜੋ ਮੈਂ ਬਚਨ ਸਾਂਝੇ ਕਰ ਰਿਹਾ ਕਿ ਮਹਿਮੂਦ ਗਜ਼ਨਵੀ ਚੜ੍ਹਦਾ ਹੈ, 17 ਵਾਰ ਉਹ ਇਸ ਭਾਰਤ ਅੰਦਰ ਖੱਲਾ ਕਰਦਾ ਹੈ ਤੇ ਸੋਮਨਾਥ ਦੇ ਮੰਦਰਾਂ ਤੱਕ ਚਲਾ ਜਾਂਦਾ ਹੈ। ਔਰ ਉਸ ਮੰਦਰ ਦੇ ਅੰਦਰ ਇੰਨੀ ਦੌਲਤ ਹੈ ਕਿ ਇਸ ਭਾਰਤ ਤੋਂ ਸ਼ਾਇਦ ਕਦੀ ਖਤਮ ਨਾ ਹੁੰਦੀ। ਜਦੋਂ ਉਸ ਦਾ ਇਤਿਹਾਸ ਪੜ੍ਹਿਆ, ਉਸ ਮੰਦਰ ਦੇ ਅੰਦਰ 5 ਗਜ ਉੱਚੀ ਮੂਰਤੀ ਜਿਹੜੀ ਹੀਰੇ ਮੋਤੀਆਂ ਦੇ ਨਾਲ ਸੋਨੇ ਦੇ ਨਾਲ ਜੜੀ ਹੋਈ ਸੀ, ਇਸ ਦੀਆਂ ਚੜੀਆਂ ਹੋਈਆਂ ਫੌਜਾਂ ਨੇ ਉਸ ਮੂਰਤੀ ਦੇ 4 ਟੁਕੜੇ ਕਰ ਦਿੱਤੇ। ਉਹਨਾਂ ਵਿੱਚੋਂ 2 ਮੂਰਤੀਆਂ ਇਹ ਗਜਨੀ ਦੀ ਧਰਤੀ ਤੇ, 2 ਟੁਕੜੇ ਗਜਨੀ ਦੀ ਧਰਤੀ ਤੇ ਲੈ ਗਿਆ। ਇੱਕ ਇਸ ਨੇ ਕਚਹਿਰੀਆਂ ਦੀਆਂ ਪੌੜੀਆਂ ਅੱਗੇ ਲਾ ਦਿੱਤੀ, ਇੱਕ ਇਸ ਨੇ ਮਸਜਿਦ ਦੀਆਂ ਪੌੜੀਆਂ ਅੱਗੇ ਲਾ ਦਿੱਤੀ ਜਿੱਥੋਂ ਲੋਕ ਪੈਰ ਧਰ ਧਰ ਕੇ ਅੱਗੇ ਨਿਕਲਣ। 2 ਟੁਕੜੇ ਇਸ ਨੇ ਮੱਕੇ ਤੇ ਮਦੀਨੇ ਦੀ ਧਰਤੀ ਤੇ ਭੇਜ ਦਿੱਤੇ। ਤੇ ਜਿਸ ਵਕਤ ਉਸ ਮੰਦਰ ਦੇ ਅੰਦਰ 56 ਪਿੱਲਰ ਸਨ ਜਿਹੜੇ ਸਾਰੇ ਹੀਰੇ ਮੋਤੀਆਂ ਦੇ ਨਾਲ ਜੜੇ ਹੋਏ ਸਨ, ਉਹਨਾਂ ਸਾਰੇ ਪਿੱਲਰਾਂ ਤੋਂ ਹੀਰੇ ਮੋਤੀ ਸਾਰਾ ਕੁਝ ਉਤਾਰ ਲਿਆ ਤੇ ਜਿਹੜਾ ਅੰਦਰ ਮੰਦਰ ਦੇ ਟਲ ਲੱਗਾ ਹੋਇਆ ਹੈ, ਜਿਸ ਦੇ ਨਾਲ ਇਹ ਟਲ ਲਟਕਿਆ ਹੋਇਆ ਹੈ, ਉਹ ਚੈਨ ਜਿਹੜੀ ਸੀ 200 ਮਣ ਸੋਨੇ ਦੀ, ਉਹ ਵੀ ਸਾਰੀ ਉਤਾਰ ਲਈ। ਬੜਾ ਵੱਡਾ ਇਹ ਮੰਦਰ ਜਿੱਥੇ 1000 ਪੁਜਾਰੀ ਦਿਨ ਰਾਤ ਸੇਵਾਵਾਂ ਕਰਦੇ ਸਨ, ਜਿੱਥੇ ਆਰਤੀ ਉਤਾਰਨ ਵਾਲੀਆਂ 500 ਦੇ ਕਰੀਬ ਔਰਤਾਂ, ਬੜੀ ਕੀਮਤੀ ਦੌਲਤ ਇਸ ਮੰਦਰ ਦੇ ਵਿੱਚੋਂ ਲੁੱਟੀ। ਇਸ ਦੇ ਦਰਵਾਜ਼ਿਆਂ ਨੂੰ ਵੀ ਉਤਾਰ ਲਿਆ। ਇੱਕ ਗੱਲ ਹੋਰ ਸਾਂਝੀ ਕਰਾਂ ਕਿ ਸਾਡੀ ਕੌਮ ਦੇ ਅੰਦਰ ਇੱਕ ਭੁਲੇਖਾ ਬਣ ਗਿਆ ਕਿ ਸੋਮਨਾਥ ਦੇ ਜਿਹੜੇ ਦਰਵਾਜ਼ੇ ਉਤਾਰੇ ਉਹ ਸਮਾਂ ਪਾ ਕੇ ਹਰਿਮੰਦਰ ਸਾਹਿਬ ਦਰਸ਼ਨੀ ਡਿਉੜੀ ਨੂੰ ਆਣ ਲੱਗੇ। ਨਹੀਂ, ਐਸਾ ਜ਼ਿਕਰ ਨਹੀਂ, ਕਿਉਂਕਿ ਜਿਸ ਵਕਤ ਸੋਮਨਾਥ ਮੰਦਰ ਲੁੱਟਿਆ ਜਾ ਰਿਹਾ ਹੈ ਇਹ ਸਨ 1024 ਦੇ ਅੰਦਰ। ਕਾਨ ਸਿੰਘ ਜੀ ਨਾਭਾ ਇਸ ਗੱਲ ਦਾ ਜ਼ਿਕਰ ਕਰਦੇ ਨੇ 1024 ਸਨ ਦੇ ਅੰਦਰ ਇਹ ਸਾਰੀ ਤਬਾਹੀ ਕੀਤੀ ਗਈ ਤੇ ਉਸ ਵਕਤ ਤੇ ਸਿੱਖ ਧਰਮ ਅਜੇ ਹੋਂਦ ਅੰਦਰ ਹੀ ਨਹੀਂ ਆਇਆ। ਸਿੱਖ ਕੌਮ ਨੇ ਦਰਵਾਜ਼ੇ ਕਿੱਥੋਂ ਲੈ ਲਏ? ਉਸ ਤੋਂ 445 ਸਾਲ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਜਗਤ ਦੇ ਅੰਦਰ ਆਗਮਨ ਹੋ ਰਿਹਾ ਹੈ। ਸਿੱਖ ਕੌਮ ਤੇ ਹੈ ਹੀ ਨਹੀਂ। ਇਹ 1977 ਦੇ ਅੰਦਰ ਜਿਸ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਇਸ ਧਰਤੀ ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦਾ ਹੈ, ਉਸ ਵਕਤ ਪ੍ਰੈਸ ਦੇ ਅੰਦਰ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਇਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਹਨ। ਪਰ ਐਸਾ ਨਹੀਂ, ਇਹ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਯਾਰ ਮੁਹੰਮਦ ਖਾਨ ਨਾਂ ਦਾ ਮਿਸਤਰੀ ਹੋਇਆ ਹੈ, ਉਸ ਨੂੰ 60,000 ਰੁਪਏ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਦਰਵਾਜ਼ੇ ਤਿਆਰ ਕਰਵਾਏ। ਖੈਰ, ਮਹਿਮੂਦ ਗਜ਼ਨਵੀ 17 ਵਾਰੀ ਇਸ ਧਰਤੀ ਨੂੰ ਆ ਕੇ ਲੁੱਟਦਾ ਹੈ, ਬਰਬਾਦੀ ਕਰਕੇ ਵਾਪਸ ਚਲਾ ਜਾਂਦਾ ਹੈ। ਉਸ ਦਾ ਕੋਈ ਵੀ ਰਾਹ ਰੋਕਣ ਵਾਲਾ ਨਹੀਂ।
ਉਸ ਤੋਂ ਬਾਅਦ ਫਿਰ ਕੁਤਬਦੀਨ ਚੜ ਕੇ ਆਉਂਦਾ ਹੈ ਔਰ ਕੁਤਬਦੀਨ ਭਾਰਤ ਦੀ ਧਰਤੀ ਤੇ 2 ਹੱਲੇ ਕਰਦਾ ਹੈ। ਇੱਕ ਵਾਰੀ ਉਹ 3000 ਹਿੰਦੂਆਂ ਦਾ ਖਾਤਮਾ ਕਰ ਦਿੰਦਾ ਹੈ, ਦੂਸਰੀ ਵਾਰ ਆਉਂਦਾ ਹੈ ਉਹ 33000 ਦਾ ਖਾਤਮਾ ਕਰ ਦਿੰਦਾ ਹੈ। 50,000 ਦੇ ਆਸ-ਪਾਸ ਇਸ ਨੇ ਭਾਰਤ ਦੇ ਬੱਚੇ ਅਤੇ ਬੱਚੀਆਂ ਨੂੰ ਬੰਨ ਲਿਆ, ਗੁਲਾਮ ਬਣਾ ਲਿਆ ਤੇ ਸਾਰਿਆਂ ਨੂੰ ਗਜਨੀ ਦੇ ਬਾਜ਼ਾਰਾਂ ਅੰਦਰ ਟਕੇ ਟਕੇ ਤੇ ਜਾ ਕੇ ਵੇਚ ਦਿੱਤਾ। ਇਹ ਆਇਆ, ਇਸ ਨੇ ਕਈ ਮੰਦਰ ਤੋੜ ਦਿੱਤੇ ਤੇ ਮਸੀਤਾਂ ਉਸਾਰ ਦਿੱਤੀਆਂ। ਉਸ ਤੋਂ ਬਾਅਦ ਸਮਾਂ ਪਾ ਕੇ ਇੱਕ ਹੋਰ ਚੜ ਕੇ ਆਉਂਦਾ ਹੈ ਜਿਸ ਦਾ ਨਾਮ ਫਿਰੋਜ਼ ਸ਼ਾਹ ਖਿਲਜੀ ਕਰਕੇ ਆਉਂਦਾ ਹੈ। ਇਹ ਭਾਰਤ ਦੇ ਅੰਦਰ 3 ਹਮਲੇ ਕਰਦਾ ਹੈ ਤੇ 3 ਵਾਰੀ ਹਜ਼ਾਰਾਂ ਦਾ ਖਾਤਮਾ ਕਰਦਾ ਹੈ ਔਰ ਖਾਸ ਕਰਕੇ ਰਮਜ਼ਾਨ ਦੇ ਦਿਨਾਂ ਅੰਦਰ ਆਉਂਦਾ ਹੈ ਤੇ ਰਮਜ਼ਾਨ ਦੇ ਦਿਨਾਂ ਅੰਦਰ 1000 ਹਿੰਦੂ ਦੇ ਆਸ-ਪਾਸ ਸ਼ਾਮ ਦੇ ਸਮੇਂ ਇਹ ਕਤਲ ਕਰ ਦਿੰਦਾ ਹੈ। ਹੋਰ ਵੀ ਭਾਰਤ ਦੀ ਇਹ ਕੀਮਤੀ ਦੌਲਤ ਨੂੰ ਲੁੱਟ ਕੇ ਵਾਪਸ ਚਲਾ ਗਿਆ, ਕਿਸੇ ਵੀ ਇਸ ਦਾ ਰਸਤਾ ਨਾ ਰੋਕਿਆ। ਉਸ ਤੋਂ ਬਾਅਦ ਫਿਰ ਫਿਰੋਜ਼ ਸ਼ਾਹ ਖਿਲਜੀ ਚੜ ਕੇ ਆਉਂਦਾ ਹੈ। ਉਸਨੇ ਕੀ ਕੀਤਾ, ਲੱਖਾਂ ਦੀ ਤਾਦਾਦ ਅੰਦਰ ਫੌਜ ਨੂੰ ਨਾਲ ਲੈ ਕੇ ਆਇਆ। 2 ਲੱਖ ਸਿਪਾਹੀ ਜਦੋਂ ਇਸ ਭਾਰਤ ਦੇ ਅੰਦਰ ਬਹੁਤ ਦੌਲਤ ਇਹਨਾਂ ਸਿਪਾਹੀਆਂ ਦੇ ਹੱਥ ਲੱਗ ਜਾਂਦੀ ਏ ਤੇ ਉਹ ਸਾਰੇ 2 ਲੱਖ ਦੇ ਆਸ-ਪਾਸ ਇਸ ਫਿਰੋਜ਼ ਇਸ ਅਲਾਉਦੀਨ ਖਿਲਜੀ ਦੀ ਨੌਕਰੀ ਨੂੰ ਛੱਡਦੇ ਹੋਏ ਉਹ 2 ਲੱਖ ਦੇ 2 ਲੱਖ ਵਾਪਸ ਮੁੜ ਗਏ, ਕਿਉਂਕਿ ਦੌਲਤ ਹੀ ਉਹਨਾਂ ਨੂੰ ਇੰਨੀ ਹੱਥ ਲੱਗ ਗਈ। ਉਹਨਾਂ ਨੇ ਕੀ ਕਰਨਾ ਹੈ, ਇਸ ਬਾਦਸ਼ਾਹ ਦੀ ਨੌਕਰੀ ਕਰਕੇ। ਔਰ ਇਸ ਅਲਾਉਦੀਨ ਖਿਲਜੀ ਨੇ ਇਥੋਂ ਤੱਕ ਐਲਾਨ ਕੀਤਾ ਸੀ ਕਿ ਇਹ ਕਾਫਰ, ਇਹ ਭਾਰਤੀ ਲੋਕ ਜਦੋਂ ਸਾਹਮਣੇ ਆਉਂਦੇ ਨੇ ਸਾਡੇ, ਜੇ ਸਾਡੇ ਵਰਗਾ ਕੋਈ ਮੂਮਨ ਚਾਂਦੀ ਦੀ ਮੰਗ ਕਰਦਾ ਹੈ ਤੇ ਇਹਨਾਂ ਨੂੰ ਸੋਨਾ ਭੇਟ ਕਰ ਦੇਣਾ ਚਾਹੀਦਾ ਹੈ। ਜੇ ਸਾਡੇ ਵਰਗਿਆਂ ਨੇ ਕਿਤੇ ਥੁੱਕਣਾ ਹੈ ਤੇ ਇਹਨਾਂ ਕਾਫਰਾਂ ਨੂੰ ਆਪਣਾ ਮੂੰਹ ਖੋਲ ਲੈਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੇ ਮੂੰਹ ਦੇ ਅੰਦਰ ਅਸੀਂ ਥੁੱਕ ਸਕੀਏ। ਉਸ ਤੋਂ ਬਾਅਦ ਉਹ ਐਲਾਨ ਕਰਦਾ 6 ਮਹੀਨਿਆਂ ਤੋਂ ਵੱਧ ਕਿਸੇ ਦੇ ਘਰ ਦੇ ਅੰਦਰ ਰਾਸ਼ਨ ਨਹੀਂ ਹੋਣਾ ਚਾਹੀਦਾ ਔਰ ਬਹੁਤਾਤ ਉਹ ਵੀ ਲੁੱਟ ਕੇ ਇਸ ਭਾਰਤ ਦੇ ਵਿੱਚੋਂ ਵਾਪਸ ਮੁੜ ਜਾਂਦਾ ਹੈ। ਉਸ ਤੋਂ ਬਾਅਦ ਮੁਹੰਮਦ ਤੁਗਲਕ ਚੜ੍ਹਦਾ ਹੈ ਔਰ ਇਹ ਜਿਸ ਪਾਸੇ ਵੱਲ ਵੀ ਕਿਤੇ ਤੁਰਦਾ ਸੀ 100 ਕੋ ਪਹਿਲਾਂ ਜਗਤ ਦੇ ਅੰਦਰ ਭਾਜੜਾਂ ਪੈ ਜਾਂਦੀਆਂ ਸਨ ਔਰ ਇਹ ਆਪਣਿਆਂ ਦੇ ਵੀ ਸਕਾ ਨਹੀਂ ਹੋਇਆ। ਇਸ ਨੇ ਜਿਸ ਵਕਤ ਭਾਰਤ ਦੇ ਅੰਦਰ ਆ ਕੇ ਖੱਲਾ ਕੀਤਾ ਹੈ, ਇਸ ਨੇ ਬੜੀ ਬਰਬਾਦੀ ਕੀਤੀ। ਇੱਥੋਂ ਤੱਕ ਆਪਣੇ ਭਰਾ ਦਾ ਖਾਤਮਾ ਕਰ ਦਿੱਤਾ, ਇੱਥੋਂ ਤੱਕ ਕਿ ਆਪਣੇ ਭਾਣਜੇ ਦਾ ਖਾਤਮਾ ਕਰ ਦਿੱਤਾ। 22,000 ਦੇ ਆਸ-ਪਾਸ ਇਸ ਨੇ ਭਾਰਤੀਆਂ ਨੂੰ ਖਤਮ ਕਰ ਦਿੱਤਾ। ਦਿੱਲੀ ਦੀ ਧਰਤੀ ਤੇ ਇੱਕ ਬ੍ਰਾਹਮਣ ਵੀਰ ਆਪਣੇ ਘਰ ਦੇ ਅੰਦਰ ਬੈਠ ਕੇ ਗੁਰੂ ਗੁਰੂ ਰਾਮ ਰਾਮ ਜਪਦਾ ਹੈ ਤੇ ਜਦੋਂ ਪਤਾ ਲੱਗਦਾ ਹੈ ਕਿ ਕਾਫਰ ਲੋਕ ਇਸ ਤਰ੍ਹਾਂ ਬੈਠ ਕੇ ਜਪ ਕਰ ਰਹੇ ਨੇ ਤੇ ਇਸ ਨੇ ਉਸ ਨੂੰ ਵੀ ਪਕੜਿਆ ਤੇ ਬਲਦੇ ਹੋਏ ਤੰਦੂਰ ਦੇ ਅੰਦਰ ਸੁੱਟ ਕੇ ਇਸ ਦਾ ਖਾਤਮਾ ਕਰ ਦਿੱਤਾ ਤਾਂ ਕਿ ਭਾਰਤੀ ਲੋਕ ਜਿਹੜੇ ਹਨ ਕਿਸੇ ਵੀ ਤਰ੍ਹਾਂ ਕੋਈ ਪੂਜਾ ਨਾ ਕਰ ਸਕਣ। ਮੂਰਤੀਆਂ ਨੂੰ ਤੋੜ ਦਿੱਤਾ, ਮੰਦਰਾਂ ਨੂੰ ਤੋੜ ਦਿੱਤਾ, ਕੀਮਤੀ ਸਮਾਨ ਇਸ ਜਗਤ ਦੇ ਵਿੱਚੋਂ ਲੁੱਟ ਲਿਆ ਔਰ ਇਸ ਨੇ ਪੂਰੇ ਦੇਸ਼ ਨੂੰ ਬੜਾ ਮੁਸੀਬਤ ਦੇ ਅੰਦਰ ਪਾਇਆ। ਮੁਹੰਮਦ ਤੁਗਲਕ ਦਾ ਮੈਂ ਜ਼ਿਕਰ ਕਰ ਰਿਹਾ, ਜਿਸ ਵਕਤ ਵੀ ਇਹ ਫੈਸਲਾ ਕੋਈ ਲੈਂਦਾ ਸੀ ਇੱਕਦਮ ਇਹ ਫੈਸਲਾ ਲੈ ਲੈਂਦਾ ਸੀ। ਕਦੀ ਇਸ ਨੇ ਕਰੰਸੀ ਨੂੰ ਚੇਂਜ ਕਰ ਦੇਣਾ, ਕਦੀ ਇਸ ਨੇ ਰਾਜਧਾਨੀ ਨੂੰ ਬਦਲ ਦੇਣਾ। ਦਿੱਲੀ ਤੋਂ ਰਾਜਧਾਨੀ ਚੁੱਕਦਾ ਤੇ ਮਹਾਰਾਸ਼ਟਰ ਦੀ ਧਰਤੀ ਦੌਲਤਾਬਾਦ ਲੈ ਜਾਂਦਾ ਹੈ। ਜਦੋਂ ਉੱਥੇ ਜਾ ਕੇ ਕਾਰਜਨੀ ਰਾਸ ਆਉਂਦਾ ਫਿਰ ਦੌਲਤਾਬਾਦ ਤੋਂ ਦਿੱਲੀ ਵੱਲ ਨੂੰ ਸਾਰੀ ਰਾਜਧਾਨੀ ਤਬਦੀਲ ਕਰ ਲੈਂਦਾ ਹੈ। ਇਸ ਨੇ ਜਨਤਾ ਨੂੰ ਬੜੀ ਵੱਡੀ ਮੁਸੀਬਤ ਪਾਈ। ਸਾਰੇ ਇਸ ਦੁੱਖ ਤੋਂ ਬੜੇ ਦੁਖੀ ਸਨ। ਉਸ ਤੋਂ ਬਾਅਦ ਇੱਕ ਮੀਰ ਤੈਮੂਰ ਨਾਮ ਦਾ ਇਨਸਾਨ ਕੁਝ ਫੌਜਾਂ ਲੈ ਕੇ ਫਿਰ ਚੜ੍ਹਦਾ ਹੈ ਤੇ ਸਾਰੇ ਹਮਲਾਵਰ ਸਨ ਪਰ ਇਹਨਾਂ ਨੇ ਦੇਖਿਆ ਕਿ ਭਾਰਤ ਵਰਸ਼ ਦਾ ਰਾਜ ਸਿੰਘਾਸਣ ਖਾਲੀ ਹੈ ਤੇ ਆ ਕੇ ਇਹ ਕਬਜ਼ਾ ਕਰਕੇ ਹਿੰਦੁਸਤਾਨ ਦੇ ਇਹ ਬਾਦਸ਼ਾਹ ਬਣ ਬੈਠੇ। ਆਏ ਤਾਂ ਇਹ ਲੁੱਟਣ ਵਾਸਤੇ ਸਨ ਪਰ ਜਦੋਂ ਇੱਥੇ ਕੋਈ ਨਜ਼ਰ ਨਹੀਂ ਆਇਆ ਤੇ ਇਹਨਾਂ ਨੇ ਆ ਕੇ ਬਰਬਾਦੀ ਕਰਨੀ ਸ਼ੁਰੂ ਕਰ ਦਿੱਤੀ। ਮੀਰ ਤੈਮੂਰ ਦੀ ਮੈਂ ਗੱਲ ਸਾਂਝੀ ਕਰਨ ਲੱਗਾ ਸਾਂ।
ਇਸ ਨੇ 7 ਲੱਖ ਦੇ ਕਰੀਬ ਬੰਦਿਆਂ ਦਾ ਖਾਤਮਾ ਕਰ ਦਿੱਤਾ। 2 ਲੱਖ ਦੇ ਕਰੀਬ ਇਸ ਨੇ ਮੋਮਨ ਬਣਾ ਦਿੱਤੇ। ਇਹਨਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਮਿਲਦਾ ਹੈ। ਜੇ ਦਪਾਲਪੁਰ ਦੀ ਧਰਤੀ ਤੇ ਇਹ ਜਾਂਦਾ ਹੈ ਤੇ ਉੱਥੇ ਫੌਜਾਂ ਸਮੇਤ 5000 ਇਸ ਭਾਰਤੀਆਂ ਦਾ ਖਾਤਮਾ ਕਰ ਦਿੰਦਾ ਹੈ। ਜੇ ਇਹ ਕਿਤੇ ਅਯੁੱਧਿਆ ਵੱਲ ਨੂੰ ਆਉਂਦਾ ਹੈ ਤੇ ਇਸ ਇਲਾਕੇ ਅੰਦਰ 14000 ਦੇ ਆਸ-ਪਾਸ ਇਸ ਨੇ ਖਾਤਮਾ ਕਰ ਦਿੱਤਾ। ਜੇ ਬਨਾਰਸ ਵੱਲ ਨੂੰ ਜਾਂਦਾ ਹੈ ਤੇ ਉੱਥੇ 33000 ਬ੍ਰਾਹਮਣਾਂ ਦਾ ਇਸ ਨੇ ਕਤਲ ਕਰ ਦਿੱਤਾ। ਜੇ ਰਾਜਸਥਾਨ ਪਟਨੇਰ ਦੀ ਧਰਤੀ ਵੱਲ ਵੱਧਦਾ ਹੈ ਤੇ ਉੱਥੇ ਇਸ ਨੇ 29000 ਦੇ ਆਸ-ਪਾਸ ਭਾਰਤੀਆਂ ਦਾ ਖਾਤਮਾ ਕਰ ਦਿੱਤਾ। ਇਸ ਤਰ੍ਹਾਂ ਇਸ ਨੇ 7 ਲੱਖ ਦੇ ਕਰੀਬ ਭਾਰਤੀਆਂ ਦਾ ਅੰਤ ਕਰ ਦਿੱਤਾ। ਇਸੇ ਕਰਕੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ, ਕਿਉਂਕਿ ਇਹਨਾਂ ਦਾ ਰਸਤਾ ਰੋਕਣ ਵਾਲਾ ਕੋਈ ਨਹੀਂ ਸੀ। ਉਸ ਤੋਂ ਬਾਅਦ ਸਿਕੰਦਰ ਬਾਦਸ਼ਾਹ ਆਉਂਦਾ ਹੈ। ਉਸ ਨੇ ਵੀ ਬੜਾ ਜ਼ੁਲਮ ਕੀਤਾ। ਜਿਸ ਵਕਤ ਉਹ ਇਸ ਭਾਰਤ ਦੇ ਅੰਦਰ ਬਰਬਾਦੀ ਕਰਦਾ ਹੈ ਤੇ 4 ਲੱਖ 32,000 ਭਾਰਤੀਆਂ ਨੂੰ ਉਹ ਮੋਮਨ ਬਣਾ ਦਿੰਦਾ ਹੈ ਤੇ 2,53,000 ਭਾਰਤੀਆਂ ਦਾ ਉਸਨੇ ਖਾਤਮਾ ਕਰ ਦਿੱਤਾ। ਤੇ ਇੱਕ ਦਿਨ ਬੈਠਾ ਹੋਇਆ ਆਪਣੇ ਮਨ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੈ ਕਿ ਹੁਣ ਮੈਂ ਭਾਰਤ ਦੇ ਅੰਦਰ ਇੰਨਾ ਜ਼ੁਲਮ ਕਰ ਲਿਆ। ਉਹ ਜ਼ੁਲਮ ਨਹੀਂ ਮੰਨਦੇ। ਉਹ ਤੇ ਗਾਜਰ ਮੂਲੀਆਂ ਵਾਂਗ ਜਾਂ ਕਿਸੇ ਪਸ਼ੂ ਨੂੰ ਖਤਮ ਕਰਨਾ ਹੋਏ ਇਸ ਤਰ੍ਹਾਂ ਕਰਦੇ ਹੋਏ ਉਹ ਭਾਰਤੀਆਂ ਨੂੰ ਮਾਰੀ ਜਾਂਦੇ ਨੇ। ਕਾਫਰ ਕਹੀ ਜਾਂਦੇ ਨੇ ਤੇ ਕਹਿੰਦੇ ਹੁਣ ਸਾਨੂੰ ਸਵਰਗ ਮਿਲ ਗਿਆ। ਇਹ ਸਿਕੰਦਰ ਬਾਦਸ਼ਾਹ ਕਹਿੰਦਾ ਹੈ ਕਿ ਹੁਣ ਕੱਲਾ ਮੈਨੂੰ ਹੀ ਸਵਰਗ ਨਹੀਂ, ਬਹਿਸ਼ਤ ਨਹੀਂ, ਮੇਰੇ ਪੁੱਤ ਪੋਤਰੇ ਜਿਹੜੇ ਹਨ ਉਹ ਵੀ ਸਵਰਗ ਦੇ ਅਧਿਕਾਰੀ ਹੋ ਗਏ। ਮੈਂ ਇਹਨਾਂ ਭਾਰਤੀਆਂ ਨੂੰ ਖਤਮ ਕਰ ਦਿੱਤਾ। ਉਸ ਤੋਂ ਬਾਅਦ ਫਿਰ ਬਾਬਰ ਚੜ ਕੇ ਆਉਂਦਾ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਉਹ ਫਿਰ ਜਦੋਂ ਭਾਰਤ ਦੇ ਅੰਦਰ ਖੱਲਾ ਕਰਦਾ ਹੈ, ਐਮਨਾਬਾਦ ਦੀ ਧਰਤੀ ਤੇ ਆ ਕੇ ਬਰਬਾਦੀ ਕਰਦਾ ਹੈ ਤੇ ਇਸ ਦੀ ਭਵਿੱਖਬਾਣੀ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਰ ਦਿੱਤੀ ਸੀ। ਜਦੋਂ ਭਾਈ ਲਾਲੋ ਦੇ ਨਾਲ ਉਹ ਬੋਲ ਸਾਂਝੇ ਕਰਦੇ ਨੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਸ਼ਬ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਸ ਧਰਤੀ ਤੇ ਕੂੜ ਪ੍ਰਧਾਨ ਹੋਇਆ ਹੈ। ਇਹਨਾਂ ਨੂੰ ਰੱਬ ਚੇਤੇ ਨਹੀਂ ਤੇ ਆਉਣ ਵਾਲੇ ਸਮੇਂ ਅੰਦਰ ਬਾਬਰ ਚੜ ਕੇ ਆ ਰਿਹਾ ਹੈ, ਫੌਜਾਂ ਲੈ ਕੇ ਆ ਰਿਹਾ ਹੈ ਔਰ ਐਮਨਾਬਾਦ ਦੀ ਧਰਤੀ ਤੇ ਆ ਕੇ ਉਸਨੇ 30,000 ਦੇ ਆਸ-ਪਾਸ ਇਹਨਾਂ ਭਾਰਤੀਆਂ ਦਾ ਖਾਤਮਾ ਕਰ ਦਿੱਤਾ। ਔਰ ਖਾਸ ਕਰਕੇ ਬਾਬਰ ਇਹਦਾ ਸੁਭਾਅ ਇਸ ਤਰ੍ਹਾਂ ਦਾ ਕਿ ਇਹ ਹਿੰਦੂ ਭਰਾਵਾਂ ਦੇ ਭਰਾ ਤੇ ਇਹ ਮੰਨਦੇ ਹੀ ਨਹੀਂ। ਸਾਨੂੰ ਸ਼ਬਦ ਇਹ ਵਰਤਨੇ ਪੈਂਦੇ ਨੇ। ਇਹਨਾਂ ਭਾਰਤੀਆਂ ਦੇ ਘਰਾਂ ਦੇ ਅੰਦਰ ਅੱਗ ਲਵਾ ਕੇ ਬੜਾ ਪ੍ਰਸੰਨ ਹੁੰਦਾ ਸੀ। ਇਸ ਨੇ ਲਾਹੌਰ ਦੀ ਧਰਤੀ ਤੇ ਬੜੇ ਘਰਾਂ ਦੇ ਅੰਦਰ ਅੱਗਾਂ ਲਾਈਆਂ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰ ਨੂੰ ਕਮਾਉਣ ਵਾਲੇ ਉਸ ਵਕਤ ਭਾਈ ਤਾਰੂ ਵਰਗੇ, ਭਾਈ ਤਾਰੂ ਸਿੰਘ ਨਹੀਂ, ਕਿਉਂਕਿ ਭਾਈ ਤਾਰੂ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਅੰਦਰ ਹੋਏ ਨੇ। ਇਹ ਭਾਈ ਤਾਰੂ ਜਿਸ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲਈ ਤੇ ਜਿਸ ਵਕਤ ਲਾਹੌਰ ਦੀ ਧਰਤੀ ਤੇ ਇਸ ਚੜੇ ਹੋਏ ਬਾਬਰ ਨੇ ਲੋਕਾਂ ਦੇ ਘਰਾਂ ਨੂੰ ਅੱਗ ਲਵਾ ਦਿੱਤੀ ਤੇ ਇਹ ਆਪਣੇ ਵੱਲੋਂ ਇੱਕ ਬਾਲਟੀ ਦੇ ਅੰਦਰ ਪਾਣੀ ਪਾ ਪਾ ਕੇ ਉਹ ਅੱਗ ਨੂੰ ਬੁਝਾਉਣ ਦਾ ਯਤਨ ਕਰਦਾ ਹੈ ਤੇ ਕਿਸੇ ਕਹਿ ਦਿੱਤਾ ਕਿ ਤੇਰੀ ਇੱਕ ਬਾਲਟੀ ਇਹ ਕਿਵੇਂ ਅੱਗ ਬੁਝਾਏਗੀ। ਤੇ ਉਸ ਵਕਤ ਭਾਈ ਤਾਰੂ ਨੇ ਅੱਗੋਂ ਇਹ ਗੱਲ ਕਹੀ, ਕਹਿਣ ਲੱਗਾ ਮੇਰਾ ਫਰਜ਼ ਹੈ क्योंकि मैं गुरु को सिक्ख्या ले लीए कि पर का बुरा ना राखो चीत, तुमको दुख नहीं भाई मीत। मैं किसी का भी बुरा नहीं करना, भावें कोई भी कोई अग बुझे चाहे ना बुझे, पर जो मैं गुरु तो सिक्ख्या ले ली कि हर एक दे अंदर सब में जोत जोत है सोए, हर एक दे अंदर रब दा वासा है। मैं अपना फर्ज निभाना है, अग बुझे चाहे ना बुझे। मैं जिक्र कर रहा सा सुनी पुकार दातार प्रभ। जदों भारत दे अंदर इन्ना जुल्म होया, देखो किते एक बारी घर दे अंदर चोरी हो जाए ते किन्ने किन्ने साल उस परिवार नूं होश नहीं आउंदी, समझ नहीं आउंदी की करिए। पर इस भारत दे अंदर इन्ने वार वार हमलावर चढ़ते रहे,
सोने दी चिड़िया अखवाउण वाला ये भारत इन्हां खाकमां ने, इन्हां हमलावरां, इन्हां जालमां ने बर्बाद करके रख दिता है। पर पता नहीं केड़ी ताकत पिछे काम कर रही सी। अज भी भारती जेड़े खन बड़े आनंद दे अंदर, बड़ी मौज दे अंदर, क्योंकि गुरु नानक साहब दे घर ने आके इस स्थान ते इन्ना वड्डा पर उपकार कर दिता है। और गुरु नानक साहब दी जदों आपां गल करदे हां, ये वक्री गल कि अज गुरु नानक साहब दा आपां आगमन दिवस मना रहे हां, पर गुरु नानक साहब जी दा जामा एक नहीं, सतगुरु 10 जामियां अंदर विचरदे ने। और 10 जामियां दे अंदर विचर के सतगुरु जी ने इन्हां जालमां दा, इन्हां चढ़े हुए हमलावरां दा खात्मा कीता। जिथे ये वार वार चढ़ते रहे, उत्थे गुरु नानक साहब दे घर ने यह पुकार सुनी। जदों मंदिरां दे विचों धक्के खाण वाले वो पुकार करते ने, भारती जेड़े इस जुल्म तो कुरला उठे वो पुकार करते ने, कोई भी सुनने वाला नहीं। कोटी हो पीर बरजर खाए, जा मीर सुनिया धाया, थान मुकाम बचले बिज मंदर, मुछ मुछ कोयर रुलाया, कोई मुगल ना हुआ अंधा, किन्ने ना परचा लाया। जेड़े इस धरती ते रहन वाले पंडित लोग कहंदे सन कि असीं मंत्र पढ़ांगे, असीं अपने वल्लों चौंकड़े ला के अरदासां बेनतियां करांगे, पर कोई भी हमलावर चढ़िया होया अन्ना ना होया। इन्हां दे सामने फिर सतगुरु दे घर विचों उठियां होईयां तलवारां, उन्हां ने फिर इन्हां दे मुंह मोड़े। सुनी पुकार, मैं जिक्र कर रहा कि इन्ना जुल्म होया, इन्हां भारतीयां दी पुकार सुनी जांदी है। गुरु नानक जग माए पठाया, गुरु नानक से फिर जगत दे अंदर आउंदे ने। ते सतगुरु ने आउंदियां ही इस मनुखता नूं तलवार किरपान नहीं फड़ाई, क्योंकि लोग जे ओ जालम होए ने ते अगों भारती भी उस तरह जालम बन के बड़ा वड्डा खात्मा नुकसान कर देणगे। पहला सतगुरु ने 5 जामियां अंदर बड़ा सबर दे नाल, प्यार दे नाल काम लिया। 5वें जामे तक गुरु की मकान बाणी, गुरु नानक साहब जी दी पावन बाणी दी जे गल करने आ, 19 रागां दा मकान खजाना गुरु नानक साहब ने प्यार दे नाल जगह जगह ते जाके इस मनुखता नूं समझाया कि इकट्ठे होवो, संगत करो, बाणी पढ़ो। जदों इकट्ठे होवोगे फिर तुहाडी कोई भी बर्बादी नहीं कर सकदा। 5वें जामे तक बड़ा प्यार दे नाल, सबर दे नाल समझाया, पर ये जालम अजे भी नहीं मुड़ रहे। पर हुण भारतीयां ने गुरु के सिद्धांत नूं कमा लिया। इत्थों तक मिर्जा अहमद कादियां एक गल कहंदा है कि गुरु नानक साहब जगह जगह जगत के अंदर विचर के 3 करोड़ के आस पास सिख सजा लेंदे ने। फिर गुरु अर्जन साहब जी तक ये पावन बाणी राही बड़ी शांति नाल काम लिया। पर जदों ये जालम नहीं मुड़े, उस वक्त फिर गुरु अर्जन साहब की शहीदी तो बाद वो एक विद्वान बोल सांझे करदा है कि मेरी सदा को दबाना तो मुमकिन है, मगर बदलते वक्त की रफ्तार कौन रोकेगा। फसीलो आदशो आहन बुलंद सही, मगर ख्यात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। तुसी तलवारां तो बिना पिछे नहीं खटना। ते हरमंदर साहब के सामने अकाल तख्त साहब की रचना करके फिर सतगुरु हुक्मनामा जारी करते ने, इस घर वल आउण वालिओ हुण कल्ली माया नहीं, हुण चंगे घोड़े, चंगे शस्त्र, चंगियां जवानियां भेटा कीतियां जाण, ताकि इन्हां जालमां दे मूँह मोड़े जाण। फिर सतगुरु जी का हुक्म जारी होया। बहुतात फौजां इस धरती ते इकट्ठियां होईयां। 4 बार शाहजहान वर्गा बादशाह इस सतगुरु के घर उपर धक्का जोरी करदा है, क्योंकि सतगुरु का घर जिहड़ा है वो नीवियां दे नाल खड़ा है, ये उच्चियां दी गल बहुती नहीं करदा। तां ही ते सतगुरु के घर नूं गरीब निवाज किया जाता है। हाँ, जिहड़ा दुनिया का बहुतात सुख पा लैंदा है, माया लै लैंदा है, पर जे माया प्राप्त करके करता चेते हैं तो सतगुरु का घर किते नहीं कहंदा तू माया नूं त्याग दे। पर जे कला माया अंदर ही खचत हो गया तो फिर सतगुरु का घर
ਆਮ ਅੰਨੇ ਨੂੰ ਅੰਨਾ ਨਹੀਂ ਕਹਿੰਦਾ, ਉਸ ਇਨਸਾਨ ਨੂੰ ਅੰਨਾ ਕਹਿ ਦਿੰਦਾ ਹੈ ਜਿਹੜਾ ਇਹਨਾਂ ਪਦਾਰਥਾਂ ਅੰਦਰ ਹੀ ਗਰਕ ਗਿਆ। ਸਾਹਿਬ ਕਹਿਣ ਲੱਗੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਖੈਰ ਸਤਿਗੁਰੂ ਦੀ ਆਵਾਜ਼ ਆਉਂਦੀ ਏ ਤੇ 4 ਵਾਰ ਇਹਨਾਂ ਜ਼ਾਲਮਾਂ ਦੇ ਫਿਰ ਮੂੰਹ ਮੋੜੇ ਜਾਂਦੇ ਨੇ। ਉਸ ਤੋਂ ਬਾਅਦ 7ਵਾਂ ਜਾਮਾ 8ਵਾਂ ਜਾਮਾ ਕੁਝ ਕੁ ਸ਼ਾਂਤੀ ਰਹਿੰਦੀ ਏ। 9ਵੇਂ ਜਾਮੇ ਅੰਦਰ ਫਿਰ ਉਹ ਔਰੰਗਜ਼ੇਬ ਬਾਦਸ਼ਾਹ ਜਿਸ ਨੇ ਆਪਣਿਆਂ ਨੂੰ ਨਹੀਂ ਬਖਸ਼ਿਆ, ਭਾਵੇਂ ਉਹ ਨਮਾਜ਼ ਦੀ ਗੱਲ ਇਸਲਾਮ ਦੀ ਗੱਲ ਕਰਦਾ ਹੈ ਪਰ ਨਹੀਂ, ਉਹ ਤੇ ਆਪਣਿਆਂ ਦਾ ਵੀ ਸਕਾ ਨਹੀਂ। जोगी अल्लाह यार खान कहता है पढ़ के कुरान, बाप को करता जो कैद हो, मरना पिता का जिसको खुशी की नवैद हो, नेकी की खलक को फिर इससे क्या उम्मीद हो। जेड़ा अपनियां नूं मार दे उस तो खलकत की आस कर दी है, ये सुख देवेगा। फिर आखिर गुरु गोबिंद सिंह पातशाह ने, मैं जिक्र कर रहा कि जे ये जालम बार बार चढ़ते रहे तो अज गुरु नानक साहब का घर भी 10 जामियां दे अंदर विचर के ये 700 साल की गुलामी जेड़े भारत ते वार वार हमलावर चढ़ते रहे, 700 सालां दी गुलामी जे किसे कट्टी है ते एक गुरु नानक साहब दे घर ने कट्टी। और इन्हां नूं शेर बना दिता कि फिर इस पासे वाल कोई भी मुंह ना कर सकिया। ये गुरु नानक साहब दे घर दी वडियाई, गुरु नानक साहब दे घर दियां बख्शां जिन्हां ने 10 जामियां दे अंदर इन्नी वड्डी रहमत करके ऐसी क्रांति ले आंदी कि किसी पासे वालों कोई हमलावर ना चढ़ के आ सकिया। अज साडे अपने ही कुछ लोग इस कौम नूं दबाउणा चाहुंदे ने, पर कौम जिहड़ी है फिर भी नहीं दबी जाती, क्योंकि एक गुरबाणी दा सहारा तकदे ने। अजे जमीर नहीं मरी, जे जमीर किते मर गई वखरी गल है, हाँ जे गुरु के सिद्धांत तो पासे हो गए तो जमीर मरदियां भी देर कोई नहीं लगनी। इस करके गुरु के सिद्धांत नूं दिन रात पढ़िया जाए। ये मैं कई बार बचन साझा करना कि 1430 अंग कल्ले भाइयों वास्ते जां विरले विरले घरां दे अंदर अखंड पाठ साहिब करन वास्ते नहीं रखे। ये पावन बाणी एक एक शब्द हर एक प्राणी वास्ते है। ते जदों इस सिद्धांत नूं किते पढ़ांगे फिर सानू कोई भी ठग नहीं सकदा, कोई किसी कर्म कांड दे अंदर नहीं पा सकदा। अज जेड़े कर्म कांडां दे अधीन जीवन बतीत कर रहे ने, पता लग जाता है कि इसका अजे वो लेवल नहीं बनिया। जे किते सुरत अंदर गुरु की पावन बाणी टेक गई फिर ये नहीं ठगे जाते। मार सानू उदों पैंदी जदों असीं गुरु के सिद्धांत तो दूर हुंदे आ, जदों गुरु के सिद्धांत नूं अपने जीवन अंदर कमावांगे। ते जे एडे वड्डे उस काबल कंधार वालों चढ़े हुए हमलावर इन्हां दे सामने ना टिक सके ते अज भी इस घर की बर्बादी करन दे जिहड़े यतन कर रहे ने वो नहीं टिक सकते। हुण साडा फर्ज बनदा है कि कला ये 2-4 दिन गुरु दियां खुशियां लैके वापस ना मुड़ जाइए। सदीव काल लई कबीर काम परे खर सिमरिए, ऐसा सिमरो नित नित। जदों गुरु के सिद्धांत दे नाल सांझ बनावांगे ते साडा जीवन जिहड़ा है उस सुचज्जा हो जाएगा। सुरत करके आपां भी बलवान हो जावांगे। जिन्हां बचनां नूं मैं आधार बना के गल सांझी कीती सी कि सुनी पुकार दातार प्रभ, गुर नानक जग माए पठाया। वार वार हमलावर चढ़ के आए, 700 साल लुटते रहे ते गुरु नानक साहब फिर 10 जामियां दे अंदर विचर के इन्हां ज़ालमां दा मूँह मोड़ दिता। सतगुरु कृपा करन। कुछ क दीवाना कुछ विचारां दी सांझ रात दे दीवाना अंदर आपां फिर सांझी करांगे। सतगुरु जी दे आगमन दिवस दियां लख लख वधाइयां जी। भुल्लां बख्श लैणियां। वाहिगुरू जी का खालसा, वाहिगुरू जी की फतेह। गुरु ग्रंथ साहब महाराज जी की मुकद्दस गोद विच जुड़ बैठी अति सत्कारमई गुरु रूप साध संगत जियो। आओ साहिबां दी दित्ती फतेह बुलंद करिए। वाहिगुरू जी का खालसा, वाहिगुरू जी की फतेह। ये सन पंथ दे महान विद्वान गुरुद्वारा साहिब सिकंदराबाद दे हेड ग्रंथी यानी जगदेव सिंह जी, जो आप सारिਆਂ ਨੂੰ ही गुरमत विचारां गुर इतिहास नाल जोड़ रहे सन। हुण साढ़े कोल पुज चुके हैं दरबार साहब दे
ਰਾਗੀ ਜਥਾ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਉਹ ਮਹਾਨ ਸਥਾਨ ਜਿਸ ਦੇ ਦਰਸ਼ਨ ਇਸ਼ਨਾਨ ਦੀ ਤਾਂਗ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਹਮੇਸ਼ਾ ਰਹਿੰਦੀ ਹੈ। ਜਿਸ ਥਾਂ ਦੀ ਚਰਨ ਧੂੜ ਆਪਣੇ ਮਸਤਕ ਲਾਉਣ ਵਿੱਚ ਹਰ ਗੁਰਸਿੱਖ ਫਕਰ, ਹਰ ਗੁਰਸਿੱਖ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਦਾ ਹੈ। ਭਾਈ ਸਾਹਿਬ ਦਾ ਜੋ ਕੀਰਤਨ ਹੈ ਉਹ 12:30 ਵਜੇ ਤੱਕ ਹੋਵੇਗਾ। ਬੜੇ ਠਹਿਰਾਵ ਨਾਲ, ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ ਭਾਈ ਸਾਹਿਬ ਜੀ ਆਪਣੇ ਰਸਨਾ ਦੁਆਰਾ ਗਾਇਨ ਕਰਦੇ ਹਨ। ਜੋ ਵੀ ਸੱਜਣ ਥੱਲੇ ਜਿਨ੍ਹਾਂ ਨੇ ਨਾਸ਼ਤਾ ਪਾਣੀ ਜਲ ਛਕ ਲਿਆ ਹੈ, ਕਿਰਪਾ ਕਰਕੇ ਇਸ ਪਾਵਨ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਸੱਜ ਜਾਓ। ਬੜੇ ਇਕਾਗਰ ਚਿਤ ਨਾਲ ਆਪ ਜੀ ਨੇ ਭਾਈ ਸਾਹਿਬ ਜੀ ਦੀ ਗੁਰਬਾਣੀ ਗਾਇਨ ਸਰਵਣ ਕਰਨਾ ਹੈ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।